ਸਤਿ ਸ਼੍ਰੀ ਅਕਾਲ ਗੁਰੂ ਜੀ, ਸਾਧ ਸੰਗਤ ਜੀ। ਅੱਜ ਅਸੀਂ 7ਵੀਂ ਅਸ਼ਟਪਦੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਰਲ ਕੇ। ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਨੇ ਸਾਧੂ ਤੋਂ ਮਿਲਣ ਵਾਲੇ ਲਾਭ, ਉਸ ਦੀ ਲੋੜ ਤੇ ਮਹਿਮਾ ਦਰਸਾਈ ਹੈ। ਸ਼ਲੋਕ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਗੁਰੂ ਸਾਹਿਬ ਕਹਿੰਦੇ ਹਨ, ਉਹ ਪਰਮੇਸ਼ਵਰ ਮਨ ਬਾਣੀ ਤੋਂ ਪਰੇ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਜਗਤ ਤੋਂ ਪਰੇ ਨਿਰਗੁਣ ਸਰੂਪ ਹੈ, ਪਰੰਤੂ ਉਸ ਦੇ ਨਾਮ ਵਿੱਚ ਐਸੀ ਬਰਕਤ ਹੈ ਕਿ ਜੋ ਵੀ ਉਸ ਦਾ ਨਾਮ ਲੈਂਦਾ ਹੈ ਸੋ ਮੁਕਤ ਹੋ ਜਾਂਦਾ ਹੈ। ਐਸੇ ਨਾਮ ਅਭਿਆਸੀ ਨੂੰ ਸਾਧ ਕਹਿੰਦੇ ਹਾਂ। ਪਾਰ ਬ੍ਰਹਮ ਦੀ ਕਥਾ ਤਾਂ ਅਕਥ ਹੈ, ਪਰ ਉਸ ਦਾ ਨਾਮ ਜਪਣ ਵਾਲੇ ਸਾਧ ਪੁਰਖਾਂ ਦੀ ਕਥਾ ਗੁਣ ਵਰਣਨ ਅਸਚਰਜ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਇਹ ਬੇਨਤੀ ਕਰਦਾ ਹਾਂ ਕਿ ਹੇ ਮਿੱਤਰ, ਤੂੰ ਧਿਆਨ ਨਾਲ ਸੁਣ ਕਿ ਸਾਧੂ ਪੁਰਖਾਂ ਦੀ ਕਿੰਨੀ ਵਡਿਆਈ ਹੈ ਔਰ ਉਹਨਾਂ ਦੇ ਗੁਣ ਸਾਨੂੰ ਅਸਚਰਜ ਪਾ ਦਿੰਦੇ ਹਨ। ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੁਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧ ਦੇ ਸੰਗ ਕਰਕੇ ਸਾਨੂੰ ਸਾਡੇ ਮੁਖ ਉਜਲ ਲੱਗਦੇ ਹਨ, ਕਿਉਂਕਿ ਜਦੋਂ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਸਭ ਤੋਂ ਵੱਡੀ ਮੈਲ ਹੈ ਅਹੰਕਾਰ ਦੀ। ਸਾਧ ਦੇ ਸੰਗ ਕਰਕੇ ਅਹੰਕਾਰ ਮਿਟ ਜਾਂਦਾ ਹੈ। ਜਦੋਂ ਮਨ ਸਾਫ਼ ਹੁੰਦਾ ਹੈ ਤਾਂ ਆਪਣੇ ਆਪ ਮੁਖ ਉਜਲ ਹੋ ਜਾਂਦਾ ਹੈ। ਅਹੰਕਾਰ ਹਟ ਗਿਆ ਤੇ ਸਾਧ ਦੇ ਸੰਗ ਨਾਲ ਅਸੀਂ ਸ੍ਰੇਸ਼ਟ ਗਿਆਨ ਪਾ ਲੈਂਦੇ ਹਾਂ, ਤੇ ਜਦੋਂ ਗਿਆਨ ਮਿਲ ਜਾਂਦਾ ਹੈ ਤਾਂ ਅਸੀਂ ਉਸ ਪ੍ਰਭ ਨੂੰ ਨੇੜੇ ਭਾਵ ਆਪਣੇ ਸਾਹਮਣੇ ਹਾਜ਼ਰ ਹਜ਼ੂਰ ਦੇਖਣ ਲੱਗ ਪੈਂਦੇ ਹਾਂ, ਮਹਿਸੂਸ ਕਰਨ ਲੱਗ ਪੈਂਦੇ ਹਾਂ। ਇਸੇ ਲਈ ਕਹਿੰਦੇ ਹਨ, ਸਾਧ ਦਾ ਸੰਗ ਕਰਕੇ ਬਹੁਤ ਸਾਰੀਆਂ ਗੱਲਾਂ ਦਾ ਨਿਬੇੜਾ ਹੋ ਜਾਂਦਾ ਹੈ, ਪਰ ਇਹ ਸਾਰੀ ਪ੍ਰਾਪਤੀ ਨਾਮ ਨਾਲ ਹੀ ਹੁੰਦੀ ਹੈ। ਤੇ ਨਾਮ ਜੋ ਹੈ ਉਹ ਰਤਨ ਹੈ। ਉਹ ਰਤਨ ਮਿਲਦਾ ਕਿਹਦੇ ਨਾਲ ਹੈ? ਸਾਧ ਦੇ ਸੰਗ ਨਾਲ ਪ੍ਰਾਪਤ ਹੁੰਦਾ ਹੈ। ਨਾਮ ਨਾਲ, ਸਾਧ ਦੇ ਸੰਗ ਕਰਕੇ ਜੀਵ ਦਾ ਸਾਰਾ ਪ੍ਰਯਤਨ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਦਾ ਹੀ ਹੋ ਜਾਂਦਾ ਹੈ। ਇਸ ਕਰਕੇ ਸਾਧ ਦੀ ਮਹਿਮਾ ਕੋਈ ਪ੍ਰਾਣੀ ਨਹੀਂ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਹਨ, ਸਾਧ ਦੀ ਮਹਿਮਾ ਪ੍ਰਭੂ ਵਿੱਚ ਹੀ ਸਮਾਈ ਹੋਈ ਹੈ। ਜੋ ਸਾਧ ਦੀ ਸੋਭਾ ਹੈ, ਉਸ ਨੂੰ ਅਸੀਂ ਪਰਮੇਸ਼ਵਰ ਦੀ ਸੋਭਾ ਵਿੱਚ ਲਿਆ ਕੇ ਇੱਕੋ ਸਮਾਈ ਹੋਈ ਸਮਝਦੇ ਹਾਂ। ਭਾਵ ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ਸਾਧ ਦੀ ਸੋਭਾ। ਇੱਥੇ ਗੁਰੂ ਸਾਹਿਬ ਨੇ ਸਾਧਾਂ ਦੇ ਸੰਗਤ ਦੀ ਕਿੱਡੀ ਵੱਡੀ ਮਹਾਨਤਾ ਦੱਸੀ ਹੈ। ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ। ਸਾਧ ਕੇ ਸੰਗ ਆਵੇ ਬਸ ਪੁੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੈਨ, ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨ ਕਤੂ ਧਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦਾ ਸੰਗ ਕਰਕੇ ਅਸੀਂ ਇੰਦਰੀਆਂ
ਰਸਤਿਓਂ ਪਰਮੇਸ਼ਵਰ ਨੂੰ ਪਾ ਲੈਂਦੇ ਹਾਂ, ਜਿਸ ਨੂੰ ਸ਼ਲੋਕ ਵਿੱਚ ਅਗਮ ਅਗਾਧ ਕਿਹਾ ਗਿਆ ਸੀ। ਇਸ ਲਈ ਸਾਧੂ ਦੇ ਸੰਗ ਕਰਕੇ ਜੀਵ ਸਦਾ ਪ੍ਰਫੁੱਲਿਤ ਰਹਿੰਦਾ ਹੈ, ਕਿਉਂਕਿ ਨਾਨਕ ਭਗਤ ਦੇ ਮਨ ਵਿੱਚ ਵਿਗਾਸ ਕਰਨ ਲੱਗ ਜਾਂਦਾ ਹੈ। ਹੁਣ ਪ੍ਰਫੁੱਲਿਤ ਕਿਵੇਂ ਰਹਿੰਦਾ ਹੈ? ਕਿਉਂਕਿ ਜਦੋਂ ਸਾਧੂ ਦੇ ਸੰਗ ਕਰਕੇ ਪੰਜੇ ਇੰਦਰੀਆਂ ਵਸ਼ ਵਿੱਚ ਆ ਗਈਆਂ, ਉਦੋਂ ਸਭ ਤਰ੍ਹਾਂ ਦੇ ਸੁੱਖ ਉਹਦੇ ਮਨ ਵਿੱਚੋਂ ਹੀ ਉੱਠ ਜਾਂਦੇ ਹਨ। ਸਾਧੂ ਦੇ ਸੰਗ ਕਰਕੇ ਜੀਵ ਅੰਮ੍ਰਿਤ ਰਸ ਨੂੰ ਭੋਗਦਾ ਹੈ। ਸਾਧੂ ਦਾ ਸੰਗ ਕਰਕੇ ਫਿਰ ਜੀਵ ਹੰਕਾਰ ਵਿੱਚ ਨਹੀਂ ਰਹਿੰਦਾ, ਸਭਨਾਂ ਦੀ ਰਹਿਣੂ ਹੋ ਜਾਂਦਾ ਹੈ। ਭਾਵ ਉਹਦੇ ਅੰਦਰ ਨਿਮਰਤਾ ਆ ਜਾਂਦੀ ਹੈ ਤੇ ਲੋਕਾਂ ਨਾਲ ਸਾਧੂ ਦੇ ਸੰਗ ਕਰਕੇ ਉਹ ਪਿਆਰ ਦੇ ਬਚਨ ਬੋਲਦਾ ਹੈ। ਆਓ ਐਸੇ ਸਾਧੂ ਦਾ ਸੰਗ ਕਰੀਏ। ਸਾਹਿਬ ਪਰਮਾਤਮਾ ਕਹਿੰਦੇ ਹਨ, ਸਾਧੂ ਦਾ ਸੰਗ ਕਰਕੇ ਮਨ ਕਿਤੇ ਨਹੀਂ ਦੌੜਦਾ, ਸਗੋਂ ਸਾਧੂ ਦੇ ਸੰਗ ਵਿੱਚ ਮਨ ਦੀ ਇਸ ਤਰ੍ਹਾਂ ਦੀ ਸਥਿਤੀ ਹੋ ਜਾਂਦੀ ਹੈ ਕਿ ਉਹਨੂੰ ਟਿਕਾਓ ਮਿਲ ਜਾਂਦਾ ਹੈ। ਸਾਧ ਦੇ ਸੰਗ ਕਰਕੇ ਮਨ ਮਾਇਆ ਤੋਂ ਵੀ ਅਲੱਗ ਹੋ ਜਾਂਦਾ ਹੈ। ਸਾਧ ਦਾ ਸੰਗ ਕਰਕੇ ਇਸ ਤਰ੍ਹਾਂ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਨੂੰ ਸਾਧ ਦਾ ਸੰਗ ਕਰਨਾ ਚਾਹੀਦਾ ਹੈ। ਇੱਥੇ ਅੰਮ੍ਰਿਤ ਰਸ ਮਤਲਬ ਆਤਮ ਰਸ। ਗੁਰੂ ਸਾਹਿਬ ਕਹਿੰਦੇ ਹਨ ਸਾਧ ਦਾ ਸੰਗ ਕਰਕੇ ਜਦੋਂ ਉਹ ਅੰਮ੍ਰਿਤ ਰਸ ਨੂੰ ਭੋਗਦਾ ਹੈ, ਦਾ ਅਰਥ ਹੈ ਕਿ ਉਹਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ, ਪਰਮਾਤਮਾ ਦੇ ਪਿਆਰ ਨਾਲ ਭਿੱਜ ਜਾਂਦੀ ਹੈ ਇੱਕ ਸਾਧ ਦੇ ਸੰਗ ਨਾਲ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ ਕੇ ਸੰਗ ਮਹਾਪੁਨੀਤ। ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾने परमानंदा। साध के संग नाही हो ताप, साध के संग तजे सब आप। आपे जापने साध बढ़ाई, ਨਾਨਕ ਸਾਧ ਪ੍ਰਭ ਬਨ ਆਈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧ ਦਾ ਸੰਗ ਕਰਕੇ ਸਾਰੇ ਵੈਰੀ ਮਿੱਤਰ ਹੋ ਜਾਂਦੇ ਹਨ, ਕਿਉਂਕਿ ਸਭ ਜੋ ਦਿਸਦਾ ਹੈ। ਸਾਧ ਕੇ ਸੰਗ ਨਾਲ ਸਾਰੇ ਜੀਵ ਪਵਿੱਤਰ ਹੋ ਜਾਂਦੇ ਹਨ। ਸਾਧ ਦੇ ਸੰਗ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਰਹਿੰਦਾ। ਜਦੋਂ ਸਾਧ ਦਾ ਸੰਗ ਮਿਲਦਾ ਹੈ ਤਾਂ ਮਾੜੇ ਪਾਸੇ ਮਨ ਜਾਂਦਾ ਹੀ ਨਹੀਂ। ਸਾਧ ਦੇ ਸੰਗ ਨਾਲ ਕੋਈ ਵੀ ਮਨੁੱਖ ਮਾੜਾ ਨਹੀਂ ਲੱਗਦਾ, ਕਿਉਂਕਿ ਸਾਧੂ ਦੇ ਸੰਗ ਕਰਕੇ ਜੀਵ ਸਦਾ ਪਰਮਾਤਮਾ ਨੂੰ ਆਪਣੇ ਕੋਲ ਸਮਝਦਾ ਹੈ ਤੇ ਇਸ ਕਰਕੇ ਉਹ ਹਮੇਸ਼ਾ ਪਰਮਾਨੰਦ 'ਚ ਰਹਿੰਦਾ ਹੈ। ਸਾਧੂ ਦੇ ਸੰਗ ਕਰਕੇ ਉਹਨੂੰ ਤਾਪ ਨਹੀਂ ਲੱਗਦਾ। ਸਾਧੂ ਦੇ ਸੰਗ ਵਿੱਚ ਉਹਦਾ ਆਪਾ ਭਾਵ ਛੁੱਟ ਜਾਂਦਾ ਹੈ। ਸਾਧ ਦੀ ਪੂਰੀ ਵਡਿਆਈ ਪਰਮੇਸ਼ਵਰ ਆਪ ਹੀ ਜਾਣਦਾ ਹੈ, ਕਿਉਂਕਿ ਸਾਧੂ ਦੀ ਪ੍ਰੀਤ ਪਰਮੇਸ਼ਵਰ ਦੇ ਨਾਲ ਪੂਰੀ ਪੂਰੀ ਬਣੀ ਹੋਈ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਹੁਣ ਸਾਧੂ ਦੀ ਵਡਿਆਈ ਪਰਮੇਸ਼ਵਰ ਵਾਂਗੂ ਅਕੱਥ ਹੋ ਗਈ ਹੈ, ਕਿਉਂਕਿ ਸਾਧੂ ਜੋ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਗਿਆ ਹੈ। ਸਾਧ ਕੇ ਸੰਗ ਨ ਕਭੂ ਥਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤ ਅਗੋਚਰ ਲਹੇ, ਸਾਧ ਕੇ ਸੰਗ ਅਜਰ ਸਹੇ। ਸਾਧ ਕੇ ਸੰਗ ਬਸੇ ਥਾਨ ਊਚੇ, ਸਾਧ ਕੇ ਸੰਗ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧ ਦੇ ਸੰਗ ਕਰਕੇ ਮਨ ਕਦੇ ਵੀ ਨਹੀਂ ਦੌੜਦਾ, ਭਾਵ ਨਾਮ ਵਿੱਚ ਲੱਗਿਆ ਰਹਿੰਦਾ ਹੈ। ਇਸੇ ਕਰਕੇ ਸਾਧੂ ਦੇ ਸੰਗ ਵਿੱਚ ਮਨ ਸਦਾ ਸੁਖੀ ਰਹਿੰਦਾ ਹੈ। ਸਾਧੂ ਦਾ ਸੰਗ ਪਾ ਕੇ ਅਗੋਚਰ ਵਸਤੂਆਂ ਇੰਦਰੀਆਂ ਤੋਂ ਪਰੇ ਆਤਮ ਵਸਤੂ ਨੂੰ ਪਾਣਾ ਹੀ ਉਹਦਾ ਇੱਕੋ ਹੀ ਮੰਤਵ,
ਇੱਕੋ ਹੀ ਉਦੇਸ਼ ਹੋ ਜਾਂਦਾ ਹੈ। ਸਾਧੂ ਦੇ ਸੰਗ ਨਾਲ ਜਿਸ ਚੀਜ਼ ਨੂੰ ਅਸੀਂ ਸਹਾਰ ਨਹੀਂ ਸਕਦੇ, ਇਸ ਤਰ੍ਹਾਂ ਦੀਆਂ ਚੀਜ਼ਾਂ ਸਹਾਰਨ ਦਾ ਵੀ ਸਹਾਰਾ ਮਿਲ ਜਾਂਦਾ ਹੈ। ਸਾਧੂ ਦੇ ਸੰਗ ਕਰਕੇ ਉੱਚੇ ਥਾਂ ਵਿੱਚ ਵਸਦਾ ਹੈ। ਸਾਧੂ ਦੇ ਸੰਗ ਕਰਕੇ ਪ੍ਰਮਾਤਮਾ ਸਰੂਪ ਹੀ ਹੋ ਜਾਂਦਾ ਹੈ। ਸਾਧੂ ਦੇ ਸੰਗ ਕਰਕੇ ਇਨਸਾਨ ਉਸ ਸਾਰੇ ਧਰਮਾਂ ਨੂੰ ਦ੍ਰਿੜ ਕਰ ਲੈਂਦਾ ਹੈ। ਸਾਧੂ ਦੇ ਸੰਗ ਨਾਲ ਉਹ ਪੂਰੀ ਤਰ੍ਹਾਂ ਨਾਲ ਪ੍ਰਮਾਤਮਾ ਨੂੰ ਹੀ ਪਛਾਣਦਾ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵ ਸਾਧੂ ਦੇ ਸੰਗ ਨੂੰ ਇੱਕ ਖਜ਼ਾਨੇ ਦੇ ਰੂਪ ਵਿੱਚ ਪਛਾਣ ਲੈਂਦਾ ਹੈ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਸਾਧੂ ਤੋਂ ਕੁਰਬਾਨ ਹੋ ਜਾਏ, ਕਿਉਂਕਿ ਸਾਧੂ ਪ੍ਰਮਾਤਮਾ ਦਾ ਰੂਪ ਹੈ। ਇਹ ਸਾਨੂੰ ਤਾਕੀਦ, ਸਾਨੂੰ ਨਿਰਦੇਸ਼ ਦੇ ਰਹੇ ਹਨ ਪ੍ਰਮਾਤਮਾ ਕਿ ਤੂੰ ਐਸੇ ਸਾਧੂ ਤੋਂ ਕੁਰਬਾਨ ਹੋ ਜਾ। 5ਵੇਂ ਪਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਸਾਧੂ ਨੇ ਜਿਨ੍ਹਾਂ ਦੇ ਗਿਆਨ ਦੀ ਦ੍ਰਿਸ਼ਟੀ ਪੈ ਗਈ ਹੈ, ਉਹਨਾਂ ਦੀ ਨਾਮ ਹੀ ਸੰਪੱਤੀ ਬਣ ਜਾਂਦੀ ਹੈ। ਸਾਧੂ ਦਾ ਸੰਗ ਕਰਨ ਨਾਲ ਜੋ ਨਾਮ ਧਨ ਤੇ ਹੋਰ ਲਾਹੇ ਮਿਲਦੇ ਹਨ, ਉਹ ਪ੍ਰਮਾਤਮਾ ਦੀ ਹੀ ਮਿਹਰ ਹੈ। ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਰੇ। ਸਾਧ ਕੇ ਸੰਗ ਸੋ ਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧ ਕੇ ਸੰਗ ਪਾਪ ਪਲਾयन, ਸਾਧ ਸੰਗ ਅੰਮ੍ਰਿਤ ਗੁਣ ਗਾयन। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਗੁਰੂ ਸਾਹਿਬ ਕਹਿੰਦੇ ਹਨ ਕਿ ਐਸੇ ਸਾਧੂ ਦੇ ਸੰਗ ਕਰਕੇ ਜੀਵ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ। ਸਾਧੂ ਦੇ ਸੰਗ ਕਰਕੇ ਸੱਜਣ ਮਿੱਤਰ ਤੇ ਪਰਿਵਾਰ ਵੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਾਧੂ ਦਾ ਸੰਗ ਕਰਕੇ ਜੀਵ ਉਸ ਨਾਮ ਰੂਪੀ ਧਨ ਨੂੰ ਪਾਉਂਦਾ ਹੈ, ਜਿਸ ਧਨ ਕਰਕੇ ਸਭ ਕੋਈ ਇਸ ਤੋਂ ਵਰਸਾਉਂਦਾ ਹੈ। ਇੱਥੇ ਵਰਸਾਉਂਦੇ ਦਾ ਅਰਥ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਜਦੋਂ ਮੀਂਹ ਪੈਂਦਾ ਤਾਂ ਸਾਰੀ ਕਾਇਨਾਤ 'ਤੇ ਉਹ ਪੈਂਦਾ ਅਤੇ ਸਾਰੀ ਕਾਇਨਾਤ ਦਾ ਉਧਾਰ ਹੋ ਜਾਂਦਾ ਹੈ। ਇਸੀ ਤਰ੍ਹਾਂ ਜਦੋਂ ਸਾਧੂ ਦਾ ਸੰਗ ਹੁੰਦਾ ਹੈ ਤਾਂ ਉਸ ਦੀ ਜਿਹੜੀ ਗੁਣ ਹਨ, ਉਹਨਾਂ ਗੁਣਾਂ ਕਰਕੇ ਜੋ ਨਾਮ ਨਾਲ ਉਹਨੇ ਕਮਾਏ ਹਨ, ਸਭ ਹੀ ਤਰ ਜਾਂਦੇ ਹਨ। ਪਰਲੋਕ ਵਿੱਚ ਸਾਧੂ ਦੇ ਸੰਗ ਕਰਕੇ ਧਰਮ ਰਾਏ ਦੰਡ ਦੇਣ ਦੀ ਥਾਂ ਸੇਵਾ ਕਰਦਾ ਹੈ। ਸਾਧੂ ਦੇ ਸੰਗ ਕਰਕੇ ਇੰਦਰ ਸ਼ੋਭਾ ਕਰਦਾ ਹੈ। ਸਾਧੂ ਦਾ ਸੰਗ ਕਰਕੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਕਿਉਂਕਿ ਸਾਧੂ ਦੇ ਸੰਗ ਵਿੱਚ ਜੀਵ ਨੂੰ ਅੰਮ੍ਰਿਤ ਗੁਣਾਂ ਦਾ ਗਾਇਨ ਮਿਲਦਾ ਹੈ। ਗੁਣ ਗਾ ਕੇ ਪਾਪ ਨਸ਼ਟ ਹੋ ਜਾਂਦੇ ਹਨ। ਇਸ ਤਰ੍ਹਾਂ ਗੁਣ ਗਾਣ ਨਾਲ ਤੇਰੀ ਮੈਲ ਉਤਰੇਗੀ ਹੈ ਮਨੁੱਖ, ਇਸ ਲਈ ਤੂੰ ਸਾਧੂ ਦਾ ਸੰਗ ਕਰ। ਸਾਧੂ ਦੇ ਸੰਗ ਕਰਕੇ ਸਰਬ ਥਾਵਾਂ ਵਿੱਚ ਪਹੁੰਚ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦੇ ਸੰਗ ਨਾਲ ਜਨਮ ਸਫਲ ਹੋ ਜਾਂਦਾ ਹੈ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੇ ਸੰਗ ਕਲੂਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਇਹਾਂ ਉਹਾਂ ਸੋਹੇਲਾ, ਸਾਧ ਸੰਗ ਬਿਛਰਤ ਹਰ ਮੇਲਾ। ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਦ ਬਸੇ, ਨਾਨਕ ਉਦਰੇ ਸਾਧ ਸੁਨ ਰਸੇ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦਾ ਸੰਗ ਕਰਨ ਨਾਲ ਹਰ ਤਰ੍ਹਾਂ ਦੀ ਘਾਲਨਾ ਤੋਂ ਅਸੀਂ ਬਚ ਜਾਂਦੇ ਹਾਂ। ਮਤਲਬ ਕਿ ਸਾਨੂੰ ਕੋਈ ਜੁਗਤ ਕਰਨ ਦੀ ਲੋੜ ਨਹੀਂ। ਦਰਸ਼ਨ ਕਰਕੇ ਹੀ ਜੀਵਨ ਸਫਲ ਹੋ ਜਾਂਦਾ ਹੈ, ਜੀਵਨ ਨਿਹਾਲ ਹੋ ਜਾਂਦਾ ਹੈ ਅਤੇ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਸਾਧੂ ਦੇ ਸੰਗ ਵਿੱਚ ਨਾਮ ਸਿਮਰਨ ਨਾਲ ਪਾਪਾਂ ਦੀ ਮੈਲ ਦੂਰ ਹੁੰਦੀ ਹੈ। ਸਾਧੂ ਦੇ ਸੰਗ ਕਰਕੇ ਨਰਕ ਦੂਰ ਹੋ ਜਾਂਦਾ ਹੈ। ਨਾ ਕੇਵਲ ਨਰਕ, ਸਗੋਂ ਸਾਧੂ ਦੇ ਸੰਗ ਨਾਲ ਇੱਥੇ ਉੱਥੇ ਦੋਨਾਂ ਲੋਕਾਂ ਵਿੱਚ ਸੁਖੀ ਹੋ ਜਾਈਦਾ ਹੈ। ਸਾਧੂ ਦੇ ਸੰਗ ਕਰਕੇ ਵਿਛੜੇ ਹੋਇਆਂ ਦਾ ਹਰੀ ਨਾਲ ਮੇਲ ਹੋ ਜਾਂਦਾ ਹੈ। ਇਹ ਗੱਲ ਕਿ ਜੋ ਜੀਵ ਚਾਹੁੰਦਾ ਹੈ ਉਹੀ ਫਲ ਪਾ ਲੈਂਦਾ ਹੈ, ਕਿਉਂਕਿ ਸਾਧੂ ਦੇ ਸੰਗ ਵਿੱਚ ਆਇਆ ਕੋਈ ਵੀ ਜੀਵ
ਖਾਲੀ ਨਹੀਂ ਜਾਂਦਾ, ਕੋਈ ਵੀ ਉਹਦਾ ਕਰਮ ਵਿਅਰਥਾ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਪਾਰਬ੍ਰਹਮ ਸਾਧੂ ਦੇ ਹਿਰਦੇ ਵਿੱਚ ਵਸਦੇ ਹਨ ਅਤੇ ਇਸੀ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜੋ ਸਾਧੂ ਦੇ ਬਚਨ ਸੁਣ ਕੇ ਉਸ ਦੇ ਉਪਦੇਸ਼ ਵਿੱਚ ਰਸ ਲੈਣ ਲੱਗ ਪਏ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਉਹ ਉੱਧਰ ਜਾਂਦਾ ਹੈ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੇ, ਸਾਧ ਸੰਗ ਸਰ ਪਰ ਨਿਸਤਰੇ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧ ਕੇ ਸੰਗ ਘਟ ਘਟ ਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਏ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਵੀ ਪਰਮੇਸ਼ਵਰ ਦਾ ਨਾਮ ਸਾਧੂ ਦੇ ਸੰਗ ਵਿੱਚ ਹੀ ਸੁਣਦਾ ਹਾਂ। ਸਾਧੂ ਦੇ ਸੰਗ ਵਿੱਚ ਹੀ ਮੈਂ ਹਰੀ ਦੇ ਗੁਣਾਂ ਦਾ ਗੁਣ ਗਾਉਂਦਾ ਹਾਂ। ਸਾਧੂ ਦੇ ਸੰਗ ਕਰਕੇ ਹੀ ਪਰਮੇਸ਼ਵਰ ਮਨ ਤੋਂ ਨਹੀਂ ਭੁੱਲਦਾ। ਸਾਧੂ ਦੇ ਸੰਗ ਨਾਲ ਹੀ ਨਿਰਸੰਸੇ ਜਗਤ ਤੋਂ ਤਰ ਜਾਈਦਾ ਹੈ। ਨਿਰਸੰਸੇ ਦਾ ਅਰਥ ਹੈ ਬਿਨਾਂ ਕਿਸੇ ਸ਼ੰਕਾ ਤੋਂ। ਸਾਧੂ ਦੇ ਸੰਗ ਨਾਲ ਹੀ ਪ੍ਰਮਾਤਮਾ ਮਿੱਠਾ ਲੱਗਦਾ ਹੈ। ਸਾਧੂ ਦੇ ਸੰਗ ਕਰਕੇ ਸਾਨੂੰ ਪ੍ਰਮਾਤਮਾ ਘਟ ਘਟ ਵਿੱਚ ਵਸਦਾ ਦਿਸਦਾ ਹੈ। ਗੁਰੂ ਸਾਹਿਬ ਕਹਿੰਦੇ ਹੈ, ਸਾਧੂ ਦਾ ਸੰਗ ਕਰਕੇ ਅਸੀਂ ਉਸ ਪ੍ਰਮਾਤਮਾ ਦੇ ਆਗਿਆਕਾਰੀ ਹੋ ਗਏ ਹਾਂ। ਸਾਧੂ ਦੇ ਸੰਗ ਕਰਕੇ ਸਾਡੀ ਗਤੀ ਹੋ ਗਈ ਹੈ, ਭਾਵ ਅਸੀਂ ਪੂਰਨ ਪਦ ਤੇ ਪਹੁੰਚ ਗਏ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਸਾਧੂ ਦਾ ਸੰਗ ਕਰਕੇ ਸਾਡੇ ਸਰੀਰਿਕ ਤੇ ਮਾਨਸਿਕ ਦੋਨੋਂ ਦੁੱਖ ਖਤਮ ਹੋ ਗਏ ਹਨ ਤੇ ਅਸੀਂ ਉੱਤਮ ਭਾਗਾਂ ਵਾਲੇ ਹੋ ਗਏ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਆਪ ਸਾਧੂ ਦਾ ਸੰਗ ਪਾ ਕੇ ਉੱਤਮ ਕਰਮਾਂ ਵਾਲੇ, ਉੱਤਮ ਭਾਗਾਂ ਵਾਲੇ ਸਮਝਦੇ ਹਨ ਆਪਣੇ ਆਪ ਨੂੰ। ਸਾਧ ਕੀ ਮਹਿਮਾ ਬੇਦ ਨ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। साध की शोभा का नहीं अंत, साध की शोभा सदा बेअंत। साध की शोभा ऊंच ते ऊंची, साध की शोभा मूच ते मूची। साध की शोभा साध बन आई, नानक साध प्रभ भेद न पाई। गुरु साहब कहते हैं कि साधु की पूरी तरह महिमा वेद भी नहीं कर सकते, क्योंकि वेदां 'ਚ भी ਉਹੀ लिखिया है जो उन्होंने सुनिया है ਤੇ ਓਨਾ ਹੀ ਕਹਿ ਸਕਦੇ ਹਾਂ ਜਿੰਨਾ ਉਹਨਾਂ ਨੇ ਸੁਣਿਆ। ਸਾਧੂ ਦੀ ਉਪਮਾ ਸਾਰੇ ਕਿਤੇ ਵਿਆਪਕ ਹੈ, ਭਾਵ ਸਾਰੇ ਉਹਦਾ ਗੁਣਗਾਨ ਕਰ ਰਹੇ ਹਨ। ਅਸਲ ਵਿੱਚ ਤਿੰਨਾਂ ਗੁਣਾਂ ਵਾਲੀ ਰਚਨਾ ਵੀ ਇਸ ਤਰ੍ਹਾਂ ਸਾਧੂ ਦੀ ਉਪਮਾ ਨਹੀਂ ਕਰ ਸਕਦੀ ਜੋ ਸੰਪੂਰਨ ਹੋਏ। ਸਾਧੂ ਦੀ ਸੋਭਾ ਦਾ ਕੋਈ ਅੰਤ ਨਹੀਂ। ਸਾਧੂ ਦੀ ਜਿਹੜੀ ਸੋਭਾ ਹੈ, ਮਹਿਮਾ ਹੈ, ਉਹ ਬੇਅੰਤ ਹੈ। ਸਾਧੂ ਦੀ ਸ਼ੋਭਾ ਉੱਚੀ ਤੋਂ ਉੱਚੀ ਸ਼ੈ ਹੈ। ਸਾਧੂ ਦੀ ਸ਼ੋਭਾ ਵੱਡੀਆਂ ਵੱਡੀਆਂ ਸ਼ੋਭਾਵਾਂ ਤੋਂ ਵੀ ਵੱਡੀ ਹੈ। ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਬਣ ਆਉਂਦੀ ਹੈ। ਪ੍ਰਮਾਤਮਾ ਕਹਿੰਦੇ ਹਨ ਕਿ ਜੋ ਸਾਧ ਔਰ ਪਰਮੇਸ਼ਵਰ ਹੈ, ਉਹਨਾਂ ਵਿੱਚ ਕੋਈ ਅੰਤਰ ਨਹੀਂ, ਭਾਵ ਉਹ ਇੱਕੋ ਹੀ ਹਨ। ਸਾਧ ਦੀ ਸ਼ੋਭਾ ਸਾਧ ਬਣ ਆਈ ਦਾ ਅਰਥ ਹੈ ਕਿ ਸਾਧੂ ਦੀ ਉਪਮਾ ਸਾਧੂ ਆਪ ਹੀ ਹੈ, ਕਿਉਂਕਿ ਉਸ ਨੂੰ ਕੋਈ ਜਾਣ ਨਹੀਂ ਸਕਦਾ ਅਤੇ ਉਹ ਆਪਣੇ ਆਪ 'ਚ ਹੀ ਸੰਪੂਰਨ ਆਪਣੀ ਸ਼ੋਭਾ ਹਨ। ਸ਼ੁਕਰਾਨਾ ਗੁਰੂ ਜੀ ਮਹਾਰਾਜ, ਬੇਅੰਤ ਸ਼ੁਕਰਾਨਾ ਇੰਨੀ ਸੋਝੀ ਬਖਸ਼ਣ ਦਾ ਕਿ ਸਾਧੂ ਦੀ ਕਿੰਨੀ ਵਡਿਆਈ ਹੈ ਔਰ ਸਾਧ ਸੰਗਤ ਵਿੱਚ ਕੌਣ ਹੈ ਕੌਣ ਨਹੀਂ ਹੈ ਸਾਨੂੰ ਕੁਛ ਨਹੀਂ ਪਤਾ। ਤੁਸੀਂ ਜਾਣੀ ਜਾਣ ਹੋ, ਇਸ ਲਈ ਸੋਝੀ ਪਾਉਂਦੇ ਹੋ ਕਿ ਸਾਰਿਆਂ ਦਾ ਸਤਿਕਾਰ ਕਰੋ, ਨਿਮਰਤਾ 'ਚ ਰਹੋ। ਪਤਾ ਨਹੀਂ ਕੌਣ ਉਹ ਵਿਰਲਾ ਟਾਵਾਂ ਭਗਵਾਨ ਸਾਡੇ ਵਿੱਚ ਬੈਠਾ ਹੈ, ਜਿਹਦੇ ਦਰਸ਼ਨ ਕਰਕੇ ਅਸੀਂ ਸਭ ਤਰ ਜਾਵਾਂਗੇ। ਸ਼ੁਕਰਾਨਾ ਗੁਰੂ ਜੀ ਮਹਾਰਾਜ।